ਵੀ ਪੰਜਾਬੀ ਮੁੱਦਾ ਅੱਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਅੰਤਮ ਅਰਦਾਸ ਭੋਗ ਸਿੱਧੂ ਮੂਸੇਵਾਲਾ। ਐਡੀ ਵੱਡੀ ਤਾਦਾਦ ਦੇ ਵਿੱਚ, ਐਡੀ ਵੱਡੀ ਗਿਣਤੀ ਦੇ ਵਿੱਚ ਆਪ ਮੁਹਾਰੇ ਪੰਜਾਬ 'ਚ ਸ਼ਾਇਦ ਇੱਦਾਂ ਇਕੱਠ ਨਾ ਹੋਇਆ ਹੋਵੇ। ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਵਿਦੇਸ਼ਾਂ ਤੋਂ ਵੀ ਟਿਕਟਾਂ ਲੈ ਕੇ ਆਏ, ਬਿਹਾਰ ਤੋਂ, ਰਾਜਸਥਾਨ ਤੋਂ, ਯੂਪੀ ਤੋਂ, ਦਿੱਲੀ ਤੋਂ, ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਆਏ ਅਤੇ ਸਮੁੱਚੇ ਪੰਜਾਬ ਦੀ ਜਵਾਨੀ ਉੱਥੇ ਉਮੜ ਪਈ। ਸਮੁੱਚਾ ਪੰਜਾਬ ਵੱਡੀ ਗਿਣਤੀ 'ਚ ਉੱਥੇ ਉਮੜ ਪਿਆ ਸਿੱਧੂ ਮੂਸੇਵਾਲੇ ਦੇ ਪਿੰਡ। ਜਿੰਨੀ ਸੰਗਤ ਪੰਡਾਲ ਤੱਕ ਪਹੁੰਚ ਪਾਈ ਉਹਦੇ ਨਾਲੋਂ 3 ਗੁਣਾ ਵੱਧ ਉਹ ਸੀ ਜਿਹੜੀ ਪੰਡਾਲ ਤੱਕ ਨਹੀਂ ਪਹੁੰਚ ਪਾਈ। ਸੋ ਜਿੰਨੀ ਸੰਗਤ ਪੰਡਾਲ ਦੇ ਅੰਦਰ ਸੀ ਉਹਦੇ ਨਾਲੋਂ 3 ਗੁਣਾ ਵੱਧ ਸੰਗਤ ਪੰਡਾਲ ਦੇ ਬਾਹਰ ਸੀ। ਕਈ ਲੋਕ ਤਾਂ ਗੱਡੀਆਂ 'ਚ ਹੀ ਫਸੇ ਰਹਿ ਗਏ, ਕਈ ਲੋਕ ਸੜਕਾਂ 'ਤੇ ਫਸੇ ਰਹਿ ਗਏ, ਉੱਥੇ ਤੱਕ ਨਹੀਂ ਪਹੁੰਚ ਪਾਏ। ਵੱਡਾ ਇਕੱਠ ਸੀ। ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਲੈ ਕੇ, ਉਹਦੇ ਬੋਲਾਂ ਨੂੰ ਲੈ ਕੇ, ਉਹਦੀ ਫੈਨ ਕਹਿ ਲਓ, ਉਹਦੇ ਗੀਤਾਂ ਦੇ ਸ਼ਦਾਈ ਕਹਿ ਲਓ, ਉਹਦੇ ਗੀਤਾਂ ਦੇ ਲਈ, ਠੀਕ ਹੈ ਨਾ, ਉਸ ਨੂੰ ਚਾਹੁਣ ਵਾਲੇ ਕਹਿ ਲਓ। ਸੋ ਇੰਨੀ ਵੱਡੀ ਗਿਣਤੀ 'ਚ ਪਹੁੰਚੇ ਕਿ ਕੁਝ ਬੱਚੇ ਆਪਣੇ ਮਾਪਿਆਂ ਦੇ ਨਾਲ ਜਬਰੀ ਪਹੁੰਚੇ। ਮੈਂ ਬੱਚੇ ਕਹਿ ਰਿਹਾ ਇਸ ਲਈ ਕਿਉਂਕਿ ਛੋਟੇ ਬੱਚੇ ਵੀ ਬਹੁਤ ਵੱਡੀ ਗਿਣਤੀ 'ਚ ਉਹਨੂੰ ਸੁਣਦੇ ਸੀ। ਉਹ ਜਬਰੀ ਸਕੂਲਾਂ ਤੋਂ ਛੁੱਟੀਆਂ ਲੈ ਕੇ ਇਸ ਤੱਕ ਜਾਣਾ ਹੀ ਜਾਣਾ। ਉਹ ਆਪਣੇ ਬਜ਼ੁਰਗ ਮਾਪਿਆਂ ਨਾਲ ਆਏ। ਜਵਾਨੀ ਵੱਡੀ ਗਿਣਤੀ 'ਚ ਆਈ, ਬਜ਼ੁਰਗ ਵੱਡੀ ਗਿਣਤੀ 'ਚ ਆਏ, ਮਾਵਾਂ ਵੱਡੀ ਗਿਣਤੀ 'ਚ ਮੌਜੂਦ ਸੀ, ਭੈਣਾਂ ਮੌਜੂਦ ਸੀ। ਕਿਸੇ ਨੇ ਤਸਵੀਰਾਂ ਫੜੀਆਂ ਸੀ, ਕਿਸੇ ਨੇ ਟੈਟੂ ਖਵਾ ਰਿਹਾ ਸੀ, ਕੋਈ ਕਿਤੇ ਕਿਤਾਬਾਂ ਵੰਡੀਆਂ ਜਾ ਰਹੀਆਂ ਸੀ, ਕਿਤੇ ਬੂਟੇ ਵੰਡੇ ਜਾ ਰਹੇ ਸੀ, ਕਿਤੇ ਛਬੀਲ ਲੱਗੀ ਸੀ, ਕਿਤੇ ਲੰਗਰ ਲੱਗਾ ਸੀ। ਸੋ ਜਿਹਦੀ ਜੋ ਸਮਰੱਥਾ ਸੀ ਉਹ ਹੁੰਦਾ ਨਜ਼ਰ ਆਇਆ ਉੱਥੇ। ਅਤੇ ਸਿੱਧੂ ਮੂਸੇਵਾਲੇ ਦੀ ਸਮਾਧ 'ਤੇ ਵੀ ਇੰਝ ਹੀ, ਜਿਸ ਦਿਨ ਦਾ ਅੰਤਮ ਸੰਸਕਾਰ ਹੋਇਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਉੱਥੇ ਆਮਦ ਸੀ। ਪਰ ਕੱਲ੍ਹ ਦੇਰ ਰਾਤ ਤੋਂ ਜਿਸ ਕਦਰ ਭੀੜ ਉੱਥੇ ਜੁੜਨੀ ਸ਼ੁਰੂ ਹੋਈ, ਲੋਕ ਮੱਥੇ ਟੇਕਣ ਲੱਗ ਗਏ। ਉਸ ਦਿਨ ਨੂੰ ਲੈ ਕੇ ਪਰਿਵਾਰ ਨੂੰ ਫਿਕਰਮੰਦੀ ਸੀ, ਇਸ ਲਈ ਉਹਨਾਂ ਨੇ ਪਹਿਲਾਂ ਹੀ ਉੱਥੇ ਬੋਰਡ ਲਾਇਆ, ਇੱਕ ਸੂਚਨਾ ਲਾਈ ਕਿ ਭਾਈ ਇਸ ਨੂੰ ਸਮਾਧ ਨੂੰ ਪੂਜਣਾ ਨਹੀਂ ਹੈ, ਮੱਥੇ ਨਹੀਂ ਟੇਕਣੇ, ਪੈਸੇ ਨਹੀਂ ਚੜਾਉਣੇ। ਸਿੱਧੂ ਮੂਸੇਵਾਲਾ ਸ਼ਬਦ ਗੁਰੂ ਨੂੰ ਗੁਰੂ ਮੰਨਦਾ ਸੀ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ, ਇਸ ਲਈ ਤੁਸੀਂ ਜੇ ਮੱਥਾ ਟੇਕਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ। ਜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਤਾਂ ਉਹਦੀ ਯਾਦ 'ਚ ਇੱਕ ਬੂਟਾ ਜ਼ਰੂਰ ਲਾਓ ਅਤੇ ਉਹਨੂੰ ਪਾਲੋ। ਇਹ ਸੰਦੇਸ਼ ਉੱਥੇ ਲਿਖ ਕੇ ਲਾਇਆ। ਅਤੇ ਅੱਜ ਮੰਚ ਤੋਂ ਉਹਦਾ ਬਾਪੂ ਵੀ ਭਾਵੁਕ ਹੋਇਆ, ਬੇਬੇ ਵੀ ਭਾਵੁਕ ਹੋਈ ਅਤੇ ਬੇਬੇ ਨੇ ਸੰਦੇਸ਼ ਵੀ ਦਿੱਤਾ ਕਿ ਭਾਈ ਉਹ ਦਸਤਾਰ ਸਜਾਉਂਦਾ ਸੀ ਅਤੇ ਦਸਤਾਰ ਸਜਾਓ। ਖਾਸ ਕਰਕੇ ਸਿੱਖੀ ਨੂੰ ਮੰਨਣ ਵਾਲੇ, ਸਿੱਖ ਭਾਈਚਾਰੇ ਨੂੰ ਮੰਨਣ ਵਾਲੇ, ਸਿੱਖੀ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਨੌਜਵਾਨੀ ਨੂੰ ਉਹਨਾਂ ਨੇ ਅਪੀਲ ਕੀਤੀ। ਕਿਉਂਕਿ ਸਿੱਧੂ ਮੂਸੇਵਾਲੇ ਦਾ ਉਸ ਦਿਨ ਤੁਰਨ ਲੱਗਿਆਂ ਆਖਰੀ ਯਾਤਰਾ ਦੇ ਉੱਤੇ ਮਾਂ ਜੂੜਾ ਕਰਦੀ ਆ, ਤਾਂ ਦੱਸਦੀ ਹੈ ਕਿ ਉਹਨਾਂ ਨੇ ਕੇਸ ਕਿੰਨੇ ਸੰਭਾਲੇ ਸੀ, ਫਿਰ ਉਹ ਦਸਤਾਰਬੰਦੀ। ਸੋ ਇਸ ਲਈ ਉਸਨੇ ਉਸ ਨਾਤੇ ਅੱਜ ਸੁਨੇਹਾ ਵੀ ਦਿੱਤਾ ਅਤੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਕਿ ਤੁਸੀਂ ਸੱਚਮੁੱਚ ਉਹਨੂੰ ਪਿਆਰ ਕਰਦੇ ਹੋ ਤਾਂ ਇੱਕ ਬੂਟਾ ਜ਼ਰੂਰ ਲਾਓ। ਸਿੱਧੂ ਮੂਸੇਵਾਲੇ ਦੀ ਮਾਂ ਵੱਲੋਂ ਦਿੱਤਾ ਇਹ ਸੁਨੇਹਾ ਕਿੰਨਾ ਕੁ ਅਸਰ ਕਰ ਸਕਦਾ। ਇਹ ਅਜੋਕੇ ਸਮੇਂ ਦੀ ਐਡੀ ਵੱਡੀ ਲੋੜ ਹੈ, ਦੇਸ਼ ਔਰ ਦੁਨੀਆ 'ਚ ਤਾਂ ਹੈ ਹੀ ਹੈ, ਪੰਜਾਬ 'ਚ ਖਾਸ ਕਰਕੇ, ਜਿੱਥੇ ਕਿਸੇ ਸਮੇਂ 33% ਜੰਗਲ ਦਾ ਵੱਧ ਰਕਬਾ ਸੀਗਾ, ਹੁਣ ਉਹ ਰਹਿ ਖੂ ਕੇ 3.6 ਕਾਗਜ਼ਾਂ 'ਚ ਰਹਿ ਗਿਆ, ਜਦੋਂ ਕਿ ਉਹ ਤੋਂ ਵੀ ਘੱਟ ਹੈ। ਸਹੀ ਮੇਨੇ 'ਚ 1.67% ਹੋ ਰਹਿ ਗਿਆ, ਕਿਉਂਕਿ 3.6% ਜਿਹੜਾ ਦਾਅਵਾ ਕੀਤਾ ਜਾਂਦਾ ਸਰਕਾਰ ਵੱਲੋਂ, ਜੰਗਲਾਤ ਵਿਭਾਗ ਵੱਲੋਂ, ਉਹ ਕੱਲਾ ਦਰਖਤ ਸੜਕ 'ਤੇ ਖੜ੍ਹਾ, ਤੁਹਾਡੇ ਖੇਤ 'ਚ ਖੜ੍ਹਾ ਹੈ, ਕਿਸੇ ਦੀ ਸਕੂਲ 'ਚ ਖੜ੍ਹਾ, ਕਿਸੇ ਫਿਰਨੀ 'ਤੇ ਖੜ੍ਹਾ, ਉਹ ਵੀ ਗਿਣੇ ਜਾ ਰਹੇ ਨੇ। ਉਹਨਾਂ ਨੂੰ ਵੀ ਜੰਗਲ ਦਾ ਹਵਾਲਾ ਦਿੱਤਾ ਜਾ ਰਿਹਾ ਕਿ ਹਾਂਜੀ ਇੰਨਾ ਵੱਡਾ ਰਕਬਾ ਸਾਡੇ ਕੋਲ ਹੈਗਾ, ਜਦੋਂ ਕਿ ਸਮੁੱਚੇ ਤੌਰ 'ਤੇ ਜੇਕਰ ਜੰਗਲ ਕੋਲ ਜਿਹੜਾ ਬਚਿਆ ਪੰਜਾਬ ਕੋਲ ਉਹ ਮਾਤਰ 1.67 ਬਚਿਆ। ਜੇ 3.6 ਵੀ ਲਾਉਣਾ ਭਾਈ ਉਹ ਵੀ ਲਾ ਲਓ, ਤਾਂ ਵੀ 33 ਕਿਤੇ ਅਤੇ 3% ਕਿਤੇ। ਸੋ ਇਸ ਲਈ ਅੱਜ ਸਿੱਧੂ ਮੂਸੇਵਾਲੇ ਦੀ ਮਾਂ ਵੱਲੋਂ ਜਿਹੜਾ ਸੁਨੇਹਾ ਦਿੱਤਾ ਗਿਆ, ਉਹਦੇ ਨਾਲ ਕੀ ਪੰਜਾਬ ਹਰਿਆ ਭਰਿਆ ਹੋਏਗਾ। ਜਿਹੜੇ ਉੱਥੇ ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚੇ, ਉਹਨਾਂ ਦੇ ਕੰਨਾਂ 'ਚ ਜਿਹੜਾ ਸੁਨੇਹਾ ਪਿਆ ਕਿ ਉੱਥੋਂ ਆ ਕੇ ਹੁਣ ਉਹ ਬੂਟੇ ਲਾਉਣਗੇ। ਜੇ ਇੱਕ ਬੂਟਾ ਵੀ ਲਾਉਂਦੇ ਨੇ ਤਾਂ ਵੀ ਅਗਲੇ ਸਾਲ ਜਦੋਂ ਸਾਲ ਹੋਏਗਾ ਸਿੱਧੂ ਮੂਸੇਵਾਲੇ ਦੇ ਅੱਜ ਦੇ ਭੋਗ ਵਾਲੇ ਦਿਹਾੜੇ ਨੂੰ, ਤਾਂ ਹੋ ਸਕਦਾ ਕਿ ਇਹ ਤਸਵੀਰਾਂ ਸਾਂਝੀਆਂ ਲੋਕ ਕਰਨ। ਅਸੀਂ ਆਸ ਕਰਦੇ ਹਾਂ ਕਿ ਉਸ ਦਿਨ ਲੋਕ ਤਸਵੀਰਾਂ ਸਾਂਝੀਆਂ ਕਰਨ। ਕਿਆ ਮੂਸੇਵਾਲੇ ਦੀ ਯਾਦ 'ਚ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹਾਂ, ਅਸੀਂ ਬੂਟਾ ਲਾਇਆ ਸੀ, ਅੱਜ ਐਡਾ ਬੜਾ ਫਲ ਗਿਆ। ਸੋ ਸਿੱਧੂ ਮੂਸੇਵਾਲੇ ਦੇ ਰੂਪ ਦੇ ਵਿੱਚ ਪੰਜਾਬ ਹਰਿਆ ਭਰਿਆ ਬਣ ਸਕਦਾ ਜੇਕਰ ਅੱਜ ਉਹਦੇ ਮਾਂ ਔਰ ਬਾਪ ਦੇ ਬੋਲਾਂ 'ਤੇ ਖਰਾ ਉਤਰਿਆ ਜਾਵੇ। ਬੜੀ ਗੰਭੀਰ ਗੱਲਾਂ ਕੀਤੀਆਂ, ਆਪਣਾ ਦੁੱਖ ਵੀ ਫਰੋਲਿਆ, ਸਿੱਧੂ ਮੂਸੇਵਾਲੇ ਦਾ ਜੀਵਨ ਦਾ ਸੰਘਰਸ਼ ਵੀ ਸਾਂਝਾ ਕੀਤਾ ਅਤੇ ਨਾਲ ਇਹ ਵੀ ਕਿਹਾ ਕਿ ਜੇ ਲੋੜ ਪਈ ਇਨਸਾਫ ਲਈ ਤਾਂ ਸੰਘਰਸ਼ ਵੀ ਕਰਾਂਗੇ।
ਜਦੋਂ ਸੱਦਾ ਦੇਵਾਂਗਾ ਤਾਂ ਆਉਣਾ ਵੀ ਪੈਣਾ, ਇਕੱਠੇ ਵੀ ਹੋਣਾ ਪੈਣਾ, ਪਰ ਅਜੇ ਸਰਕਾਰ ਨੂੰ ਵਕਤ ਦਿਆਂਗੇ। ਸੋ ਕੋਈ ਛੋਟੀ ਗੱਲ ਨਹੀਂ ਕੀਤੀ ਉਹਦੇ ਪਿਤਾ ਨੇ, ਕੋਈ ਓਛੀ ਗੱਲ ਨਹੀਂ ਕੀਤੀ, ਕੋਈ ਭੀੜ ਨੂੰ ਦੇਖ ਕੇ, ਉਹਦੇ ਫੈਨ ਨੂੰ ਦੇਖ ਕੇ ਕਿਸੇ ਤਰ੍ਹਾਂ ਦਾ ਕੋਈ ਉਹੀ ਜਿਹੀ ਸਿਆਸੀ ਟਿੱਪਣੀ ਨਹੀਂ ਕੀਤੀ। ਜਿਸ ਕਦਰ ਲੀਡਰ ਉਹਨਾਂ ਨੂੰ ਘੇਰ ਰਹੇ ਸੀ, ਜਿਸ ਕਦਰ ਲੀਡਰਸ਼ਿਪ ਉਹਨਾਂ ਦੇ ਘਰੇ ਜਾ ਰਹੀ ਸੀ, ਉਹੀ ਜਿਹੀ ਕੋਈ ਉਹਨਾਂ ਦੇ ਮਨ 'ਚ ਭਾਵ ਨਹੀਂ ਆ। ਉਹਨਾਂ ਨੇ ਬੜੇ ਆਪਣੇ ਬੱਚੇ ਨੂੰ ਲੈ ਕੇ, ਉਹਦੀ ਜੀਵਨ ਨੂੰ ਲੈ ਕੇ ਔਰ ਪੰਜਾਬ ਨੂੰ ਲੈ ਕੇ ਸੋ ਆਪਣੀ ਫਿਕਰਮੰਦੀ। ਚਲੋ ਪਹਿਲਾਂ ਪੂਰਾ ਤੁਹਾਨੂੰ ਉਸ ਅੱਜ ਆਖਰੀ ਉਸ ਨੂੰ ਯਾਦ ਕਰਦੇ ਹਾਂ, ਅੰਤਮ ਅਰਦਾਸ ਉਹਦੀ ਯਾਦ ਦੇ ਵਿੱਚ ਉੱਥੇ ਬਾਣੀ ਪੜ੍ਹੀ ਗਈ, ਸ਼ਬਦ ਕੀਰਤਨ ਹੋਇਆ, ਉਸ ਤੋਂ ਬਾਅਦ ਅਰਦਾਸ ਹੋਈ, ਮੁੱਖ ਵਾਕ ਲਿਆ ਗਿਆ, ਦੇਗ ਵਰਤਾਈ ਗਈ, ਬਾਪੂ ਔਰ ਬੇਬੇ ਨੂੰ ਸਰੋਪੇ ਦਿੱਤੇ ਗਏ। ਸਰੋਪਾ ਲੈਣ ਤੋਂ ਬਾਅਦ ਉਹਨਾਂ ਨੇ ਸੰਬੋਧਨ ਕੀਤਾ। ਸੋ ਮੈਂ ਉਹ ਗੱਲ ਤੁਹਾਡੇ ਸਾਹਮਣੇ ਰੱਖਦਾ। ਭੋਗ ਸਮਾਗਮ ਵਿੱਚ ਕਹਿੰਦੇ ਭਾਵੁਕ ਹੋ ਗਏ ਸੀ ਬੇਬੇ ਅਤੇ ਬਾਪੂ ਅੱਜ ਫਿਰ, ਅਤੇ ਉਹਨਾਂ ਨੇ ਕਿਹਾ ਕਿ ਸਿੱਧੂ ਦਾ ਕਸੂਰ ਵੀ ਨਹੀਂ ਸਾਨੂੰ ਤਾਂ ਪਤਾ ਕਿ ਉਹਦਾ ਕਸੂਰ ਕੀ ਸੀ। ਸਰਕਾਰ ਨੂੰ ਸਮਾਂ ਦੇਵਾਂਗੇ ਪਰ ਇਨਸਾਫ ਲੈ ਕੇ ਰਵਾਂਗੇ। ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਦੇ ਲਈ ਕਹਿੰਦੇ ਮਾਨਸਾ 'ਚ ਭੋਗ ਸਮਾਗਮ ਰੱਖਿਆ ਗਿਆ। ਇਸ ਮੌਕੇ ਸਿੱਧੂ ਦੇ ਬਾਪੂ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਭਾਵੁਕ ਹੋ ਗਏ। ਬਾਪੂ ਨੇ ਆਖਿਆ ਕਿ ਮੇਰੇ ਪੁੱਤ ਨੇ ਕਿਸੇ ਦਾ ਕਦੇ ਕੁਝ ਗਲਤ ਨਹੀਂ ਕੀਤਾ, ਮੈਨੂੰ ਨਹੀਂ ਪਤਾ ਉਸ ਨੂੰ ਕਿਉਂ ਮਾਰਿਆ ਗਿਆ। ਉਹਨਾਂ ਆਖਿਆ ਕਿ ਅਗਲੇ 5-10 ਸਾਲਾਂ ਤੱਕ ਸਿੱਧੂ ਮੂਸੇਵਾਲੇ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜਦੀ ਰਹੇਗੀ। ਹਾਂ, ਉਹਨਾਂ ਇਹ ਵੀ ਆਖਿਆ ਕਿ ਇਨਸਾਫ ਦੀ ਲੜਾਈ ਜਾਰੀ ਰੱਖਾਂਗੇ, ਪਰ ਸਰਕਾਰ ਨੂੰ ਵਕਤ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਇਹ ਨਾ ਕੱਲ੍ਹ ਨੂੰ ਕਹਿ ਕੇ ਸਾਨੂੰ ਸਮਾਂ ਨਹੀਂ ਮਿਲਿਆ, ਅਜੇ ਕੋਈ ਧਰਨੇ ਪ੍ਰਦਰਸ਼ਨ ਮੁਜ਼ਾਹਰੇ ਕਰਨ ਦਾ ਕੋਈ ਕਾਲ ਨਹੀਂ ਹੈ ਸਾਨੂੰ, ਅਸੀਂ ਸਰਕਾਰ ਨੂੰ ਸਮਾਂ ਦਿੰਦੇ ਹਾਂ ਪਰ ਸਾਨੂੰ ਇਨਸਾਫ ਮਿਲੇ। ਹੁਣ ਸਰਕਾਰ ਕੇਂਦਰ ਵਾਲੀ ਵੀ ਢੁੱਕੀ ਆ, ਸਰਕਾਰ ਪੰਜਾਬ ਵਾਲੀ ਵੀ ਢੁੱਕੀ ਆ, ਸੋ ਇਸ ਲਈ ਸਰਕਾਰਾਂ ਦਾ ਫਰਜ਼ ਬਣਦਾ। ਫਿਰ ਆਪਣੇ ਬੱਚੇ ਦੇ ਸੰਘਰਸ਼ ਦਾ ਹਵਾਲਾ ਵੀ ਦਿੱਤਾ। ਬਾਪੂ ਬਲਕੌਰ ਸਿੰਘ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਆਮ ਪਿੰਡ 'ਚ ਉੱਠਿਆ, ਆਮ ਘਰ ਤੋਂ ਉੱਠਿਆ, ਸਧਾਰਨ ਜੀਵਨ ਬੀਤਿਆ। ਸਿੱਧੂ ਮੂਸੇਵਾਲਾ ਜਦੋਂ ਕੱਚੀ ਜਮਾਤ 'ਚ ਪੜ੍ਹਦਾ ਹੁੰਦਾ ਸੀ ਤਦ ਕਹਿੰਦੇ ਪਿੰਡ ਤੱਕ ਬੱਸ ਵੀ ਨਹੀਂ ਆਉਂਦੀ ਸੀ, ਅਤੇ ਇਸ ਲਈ ਕਹਿੰਦੇ ਉਹਨੂੰ ਛੱਡਣ ਜਾਣਾ ਪੈਂਦਾ ਸੀ। ਅਤੇ ਕਹਿੰਦੇ ਕਿ ਇੱਕ ਵਾਰ ਮੈਂ ਫਾਇਰ ਬ੍ਰਿਗੇਡ 'ਚ ਕੰਮ ਕਰਦਾ ਸੀ ਅਤੇ ਉਹਨੂੰ ਛੱਡਣ ਗਿਆ ਅਤੇ ਮੈਂ 20 ਮਿੰਟ ਆਪਣੀ ਨੌਕਰੀ ਤੋਂ ਲੇਟ ਹੋ ਗਿਆ, ਅਤੇ ਫਿਰ ਮੈਂ ਆ ਕੇ ਮੂਸੇਵਾਲੇ ਨੂੰ ਕਿਹਾ ਕਿ ਪੁੱਤ ਜਾਂ ਤਾਂ ਤੂੰ ਪੜ੍ਹੇਗਾ ਜਾਂ ਫਿਰ ਮੇਰੀ ਨੌਕਰੀ ਚੱਲੂਗੀ, ਦੋਵਾਂ 'ਚੋਂ ਕੰਮ ਛੁੱਟ ਜਾਣਾ। ਅਤੇ ਉਸ ਤੋਂ ਬਾਅਦ ਕਹਿੰਦੇ ਕਿ ਉਹ ਕਹਿੰਦੇ ਕਿ 3-4 ਸਾਲ ਦਾ ਹੀ ਸੀ ਜਦੋਂ ਦੂਜੀ ਜਮਾਤ 'ਚ ਕਹਿੰਦੇ ਹੋਇਆ, ਦੂਜੀ ਜਮਾਤ 'ਚ ਮੈਂ ਖਿਆਲ 6-7 ਸਾਲ ਦਾ 7 ਸਾਲ ਦਾ ਬੱਚਾ ਹੋ ਜਾਂਦਾ। ਸੋ ਉਸ ਵਾਲੇ ਕਹਿੰਦੇ ਉਸ ਦਿਨ ਤੋਂ ਲੈ ਕੇ ਫਿਰ ਉਹਨੇ ਆਪਣੀ +2 ਦੀ ਪੜ੍ਹਾਈ ਤੱਕ 24 ਕਿਲੋਮੀਟਰ ਸਾਈਕਲ ਦਾ ਸਫ਼ਰ ਕੀਤਾ ਰੋਜ਼, 12 ਜਾਣਾ 12 ਆਉਣਾ। ਸੋ ਇਸ ਢੰਗ ਨਾਲ ਕਹਿੰਦੇ ਪੜ੍ਹਿਆ। ਉਹਨੂੰ ਛੋਟਾ ਸਾਈਕਲ ਲੈਤਾ, ਫਿਰ ਬੜਾ ਲੈਤਾ, ਉਹਦੇ ਪਰ ਉਹਨੇ ਪੜ੍ਹਾਈ ਕੀਤੀ ਆਪਣੀ। ਬਲਕੌਰ ਸਿੰਘ ਨੇ ਆਖਿਆ ਕਿ ਸੰਘਰਸ਼ਪੂਰਨ ਹਾਲਾਤਾਂ ਵਿੱਚ ਮੂਸੇਵਾਲਾ ਅੱਗੇ ਵਧਿਆ। ਹਾਲਾਤ ਅਜਿਹੇ ਸਨ ਕਿ ਮੈਂ ਕਦੇ ਜੇਬ ਖਰਚਾ ਵੀ ਉਸਨੂੰ ਪੂਰਾ ਨਹੀਂ ਦੇ ਸਕਿਆ। ਉਸਨੇ ਆਪਣੀ ਮਿਹਨਤ ਨਾਲ 12ਵੀਂ ਕੀਤੀ, ਫਿਰ ਗ੍ਰੈਜੂਏਸ਼ਨ ਕਰਨ ਦੇ ਲਈ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚ ਗਿਆ, ਜਿੱਥੇ ਉਹਨੇ ਇੰਜੀਨੀਅਰਿੰਗ ਪੂਰੀ ਕੀਤੀ, ਅਤੇ ਉਸ ਤੋਂ ਬਾਅਦ ਆਈਲੈਟਸ ਕੀਤੀ ਅਤੇ ਕੈਨੇਡਾ ਚਲਾ ਗਿਆ। ਡਿਗਰੀ ਤੋਂ ਬਾਅਦ ਵੀ ਉਸਨੇ ਕਦੇ ਮੈਨੂੰ ਡਿਗਰੀ ਲੈ ਲਈ, ਤਦ ਵੀ ਉਹਨੇ ਕਦੇ ਮੈਨੂੰ ਤੰਗ ਨਹੀਂ ਕੀਤਾ, ਕਿ ਕਦੇ ਪੈਸੇ ਲਈ ਪਰੇਸ਼ਾਨ ਨਹੀਂ ਕੀਤਾ। ਹਾਂ, ਗਾਉਣ ਲੱਗਾ, ਉਹਦੇ ਗੀਤ ਚੱਲਣ ਲੱਗੇ, ਅਤੇ ਕਹਿੰਦੇ ਜਦੋਂ ਉਹਨੂੰ ਪੈਸੇ ਦੀ ਲੋੜ ਹੁੰਦੀ ਸੀ ਤਾਂ ਗੀਤ ਕੱਢ ਦਿੰਦਾ ਸੀ ਅਤੇ ਗੀਤ ਵਿਕਦਾ ਸੀ ਉਹਦਾ। ਉਹਨਾਂ ਆਖਿਆ ਕਿ ਮੂਸੇਵਾਲੇ ਨੂੰ ਜਦੋਂ ਵੀ ਪੈਸੇ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਆਪਣਾ ਗੀਤ ਵੇਚ ਦਿੰਦਾ ਸੀ। ਬੁਲੰਦੀਆਂ ਤੱਕ ਪਹੁੰਚਣ ਤੋਂ ਬਾਅਦ ਵੀ ਉਸਨੇ ਕਦੇ ਪਰਸ ਨਹੀਂ ਰੱਖਿਆ। 1000 ਰੁਪਏ ਦੀ ਜ਼ਰੂਰਤ ਹੋਵੇ ਤਾਂ ਵੀ ਮੇਰੇ ਤੋਂ ਮੰਗਦਾ ਸੀ ਉਹ ਬਾਪੂ ਕਹਿੰਦਾ, ਕਿ ਪੈਸੇ ਇੰਨੇ ਕਮਾ ਗਿਆ, ਲੱਖਾਂ ਕਰੋੜਾਂ ਕਮਾ ਗਿਆ, ਇੱਕ ਗੀਤ ਉਹਦਾ ਡਾਲਰ ਕਮਾਉਂਦਾ ਸੀਗਾ, ਅਤੇ ਉਹਦੇ ਬਾਵਜੂਦ ਵੀ ਉਹ ਆਪਣੇ ਕੋਲ ਪੈਸੇ ਰੱਖਣ ਦੀ ਬਜਾਏ ਬਾਪੂ ਤੋਂ ਹੀ ਮੰਗਦਾ ਸੀ, ਚਾਹੇ 1000 ਮੰਗਣਾ ਅਤੇ ਚਾਹੇ ਲੱਖ ਮੰਗਣਾ। ਕਹਿੰਦੇ ਜਦ ਵੀ ਘਰ 'ਚੋਂ ਨਿਕਲਦਾ ਸੀ ਸਾਡੇ ਪੈਰੀ ਹੱਥ ਲਾ ਕੇ ਜਾਂਦਾ ਸੀ, ਅਤੇ ਗੱਡੀ 'ਚ ਬਹਿ ਕੇ ਆਪਣੀ ਬੇਬੇ ਨੂੰ ਮਿਲ ਕੇ ਜਾਂਦਾ ਸੀ, ਗਲ ਲੱਗ ਕੇ ਜਾਂਦਾ ਸੀ। ਪਰ ਉਸ ਦਿਨ ਬੇਬੇ ਘਰੇ ਨਹੀਂ ਸੀ, ਇਸ ਲਈ ਗਲ ਵੀ ਨਹੀਂ ਲੱਗ ਕੇ ਜਾ ਸਕਿਆ। ਬਾਪੂ ਬਲਕੌਰ ਨੇ ਕਿਹਾ ਕਿ 29 ਮਈ ਨੂੰ ਮਾਂ ਪਿੰਡ ਵਿੱਚ ਕਿਸੇ ਦੇ ਘਰੇ ਮਰਗਤ ਹੋਈ ਸੀ, ਉੱਥੇ ਗਈ ਹੋਈ ਸੀ, ਅਤੇ ਮੈਂ ਮੂਸੇਵਾਲੇ ਨੂੰ ਕਿਹਾ ਵੀ ਕਿ ਮੈਂ ਤੇਰੇ ਨਾਲ ਚੱਲਦਾ, ਅਤੇ ਮੈਂ ਕਹਿੰਦਾ ਖੇਤਾਂ ਤੋਂ ਆਇਆ ਸੀ, ਮੇਰੇ ਕੱਪੜੇ ਲੀੜੇ ਨੂੰ ਦੇਖ ਕੇ ਉਹਨੂੰ ਕਿਹਾ ਕਿ ਬਾਪੂ ਛੱਡ ਹਲੇ, ਤੂੰ ਹੁਣ ਆਇਆ, ਤੂੰ ਆਰਾਮ ਕਰ, ਮਾੜਾ ਜਿਹਾ ਨਹਾ ਧੋ ਲੈ, ਬਸ ਅਸੀਂ ਤਾਂ ਜੂਸ ਜਾਸ ਪੀਣ ਚੱਲੇ ਹਾਂ, ਹੁਣੇ ਮੁੜ ਆਵਾਂਗੇ। ਸੋ ਕਹਿੰਦੇ ਕਿ ਮੈਨੂੰ ਕਹਿ ਗਿਆ ਕਿ ਬਸ ਜੂਸ ਪੀਣ ਚੱਲੇ ਹਾਂ, ਸ਼ੇਕ ਪੀਣ ਚੱਲੇ ਹਾਂ, 5 ਮਿੰਟ 'ਚ ਪਰਤ ਆਵਾਂਗੇ। ਅਤੇ ਉੱਥੋਂ ਕਦੋਂ ਮਾਸੀ ਵਾਲੇ ਘਰ ਨਹੀਂ ਚੱਲ ਗਏ ਅਤੇ ਕੁਛ ਪਤਾ ਨਹੀਂ ਲੱਗਿਆ, ਮੈਂ ਪਿੱਛੇ ਵੀ ਗਿਆ, ਪਰ ਕਹਿੰਦੇ ਦੇਰ ਹੋ ਗਈ ਸੀ। ਸਾਰੀ ਜ਼ਿੰਦਗੀ ਕਹਿੰਦੇ ਮੈਂ ਨਾਲ ਰਿਹਾ, ਪਰ ਉਸ ਦਿਨ ਨਾਲ ਨਹੀਂ ਰਹਿ ਸਕਿਆ, ਮੈਨੂੰ ਗਮ ਰਹੇਗਾ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਸਾਰੀ ਉਮਰ ਮੂਸੇਵਾਲੇ ਦੇ ਨਾਲ ਰਿਹਾ, ਅਖੀਰ ਵਿੱਚ ਮੈਂ ਪਿੱਛੇ ਰਹਿ ਗਿਆ। ਹੁਣ ਮੇਰੇ ਕੋਲ ਪਛਤਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਆ। ਮੈਨੂੰ ਇਹ ਤੱਕ ਨਹੀਂ ਪਤਾ ਕਿ ਮੇਰੇ ਬੱਚੇ ਦਾ ਕਸੂਰ ਕੀ ਆ। ਮੇਰੇ ਕੋਲ ਕੋਈ ਫੋਨ ਕਾਲ ਜਾਂ ਉਲਾਂਭਾ ਨਹੀਂ ਆਇਆ ਕਿ ਮੇਰੇ ਬੱਚੇ ਨੇ ਕੋਈ ਕਸੂਰ ਕੀਤਾ ਹੋਵੇ। ਮੂਸੇਵਾਲਾ ਮੇਰੇ ਗਲੇ ਲੱਗ ਕੇ ਰੋਇਆ ਸੀ ਇੱਕ ਵਾਰ, ਅਤੇ ਕਹਿੰਦਾ ਸੀ ਕਿ ਮੈਨੂੰ ਕਿਉਂ ਹਰ ਮਸਲੇ ਨਾਲ ਜੋੜ ਲੈਂਦੇ ਆ, ਮੈਨੂੰ ਨਹੀਂ ਸਮਝ ਆਉਂਦੀ। ਅਤੇ ਮੂਸੇਵਾਲੇ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ।
ਉਹਦੇ ਬਾਪੂ ਨੇ ਕਿਹਾ ਕਿ ਸਾਡੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਵੀ ਜੇ ਉਹਨੇ ਕਿਹਾ ਸੀ ਕਿ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅਤੇ ਮੇਰਾ ਪੁੱਤ ਗਲਤ ਨਹੀਂ, ਜੇ ਗਲਤ ਹੁੰਦਾ ਤਾਂ ਉਹ ਗਨਮੈਨ ਰੱਖਦਾ, ਉਹ ਸਿਕਿਉਰਟੀ ਰੱਖਦਾ, ਉਹਦੇ ਕੋਲ ਪੈਸਾ ਸੀ, ਉਹ ਪ੍ਰਾਈਵੇਟ ਸਿਕਿਉਰਟੀ ਰੱਖ ਸਕਦਾ ਸੀ, ਉਹ ਆਪਣੀ ਜ਼ਿੰਦਗੀ ਕੱਟ ਲੈਂਦਾ। ਪਰ ਮੇਰੇ ਪੁੱਤ ਦੀ ਮਤਲਬ ਕਿ ਹੁਣ ਕਹਿੰਦੇ ਕਿ ਇਹ ਖਬਰ ਤੋਂ ਬਾਅਦ ਹੁਣ ਮੇਰੇ ਲਈ, ਸਾਡੇ ਲਈ, ਦੋਵਾਂ ਮਾਂ ਪੁੱਤ ਲਈ ਵਕਤ ਕੱਟਣਾ ਔਖਾ ਹੈ। ਇਲੈਕਸ਼ਨ ਲੜਨ ਦੀ ਗੱਲ ਵੀ ਉਹਨਾਂ ਨੇ ਸਾਫ਼ ਛੋਈ ਕਿ ਜਿਹੜੀਆਂ ਚੋਣਾਂ ਲੜੀਆਂ ਉਹਨੇ ਵਿਧਾਇਕੀ ਦੀਆਂ, ਉਹਦੀ ਆਪਣੀ ਇੱਛਾ ਸੀ, ਉਹਦਾ ਸਵੈ ਦਾ ਫੈਸਲਾ ਸੀ, ਕਿਸੇ ਹੋਰ ਦਾ ਨਹੀਂ। ਉਹ ਆਪਣੇ ਮਨ ਦੇ ਫੈਸਲੇ ਨਾਲ ਲੜਿਆ। ਉਹਦੇ ਵਿੱਚ ਕਿਸੇ ਖਾਸ ਕਰਕੇ ਰਾਜਾ ਵੜਿੰਗ ਦਾ ਨਾਂ ਲਿਆ ਉਹਨਾਂ ਨੇ। ਕਹਿੰਦੇ ਕਿ ਕਾਂਗਰਸ ਦਾ ਜਿਹੜਾ ਹੁਣ ਪ੍ਰਧਾਨ ਨੇ ਰਾਜਾ ਵੜਿੰਗ, ਕਿ ਉਹਨੇ ਵੀ ਰੋਕਿਆ ਸੀ ਉਸ ਸਮੇਂ ਕਿ ਚੋਣਾਂ ਲੜੋ। ਪਰ ਅੱਜ ਕੱਲ੍ਹ ਚਰਚਾ ਸੀ ਕਿ ਉਹ ਚਾਹੁੰਦੇ ਸੀ ਕਿ ਉਹਦੇ ਬਾਪੂ ਲੜ ਲੈਣ। ਇਹ ਚਰਚਾ ਵੀ ਰਾਜਾ ਵੜਿੰਗ ਦੇ ਹਵਾਲੇ ਨਾਲ ਬਾਹਰ ਆਉਂਦੀ ਰਹੀ ਕਿ ਉਹ ਵੀ ਚਾਹੁੰਦੇ ਸੀ ਕਿ ਹੁਣ ਬਾਪੂ ਉਹਦੇ MP ਦੀ ਚੋਣ ਲੜ ਲੈਣ। ਪਰ ਉਸ MLA ਵਾਲੀ ਚੋਣ ਦੇ ਹਵਾਲੇ ਨਾਲ ਕਿਹਾ ਕਿ ਉਹ ਫੈਸਲਾ ਖੁਦ ਸਿੱਧੂ ਮੂਸੇਵਾਲੇ ਦਾ ਸੀ, ਉਹਦਾ ਸ਼ੁੱਧ ਖੁਦ ਸੀਗਾ। ਅਤੇ ਕਹਿੰਦੇ ਕਿ ਉਸ ਨੂੰ ਮੈਂ ਵੀ ਰੋਕਿਆ ਅਤੇ ਉਹਨੇ ਵੀ ਰੋਕਿਆ ਸੀਗਾ ਰਾਜਾ ਵੜਿੰਗ ਨੇ। ਪਰ ਜਦੋਂ ਉਹਨੇ ਫੈਸਲਾ ਲੈ ਲਿਆ ਫਿਰ ਅਸੀਂ ਉਹਦੇ ਨਾਲ ਸੀ। ਅਤੇ ਰਾਜਾ ਵੜਿੰਗ ਪਿਛਲੇ 2 ਸਾਲਾਂ ਤੋਂ ਸਾਡੀ ਮਦਦ ਕਰ ਰਿਹਾ, ਇਸ ਲਈ ਉਸ ਬਾਰੇ ਕੁਝ ਨਾ ਕਹੋ। ਕਹਿੰਦੇ ਮੂਸੇਵਾਲੇ ਦੀ ਮਾਂ ਚਰਨ ਕੌਰ ਨੇ ਆਖਿਆ ਕਿ 29 ਮਈ ਨੂੰ ਕਾਲਾ ਦਿਨ ਚੜ੍ਹਿਆ, ਅਜਿਹਾ ਲੱਗਿਆ ਮੇਰਾ ਸਭ ਕੁਝ ਖਤਮ ਹੋ ਗਿਆ। ਤੁਸੀਂ ਲੋਕਾਂ ਨੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਤਾਂ ਮੈਨੂੰ ਲੱਗਿਆ ਮੇਰਾ ਮੂਸੇਵਾਲਾ ਮੇਰੇ ਕੋਲ ਹੈ। ਸਾਡੇ ਹੌਸਲੇ ਨੂੰ ਇਸੇ ਤਰ੍ਹਾਂ ਬਣਾ ਕੇ ਰੱਖਿਓ, ਆਪਣੇ ਸਿਰਾਂ 'ਤੇ ਦਸਤਾਰਾਂ ਸਜਾਓ। ਜੇ ਮੈਨੂੰ ਤੁਸੀਂ ਮੂਸੇਵਾਲੇ ਨੂੰ ਫੈਨ ਮੰਨਦੇ ਹੋ, ਮੈਨੂੰ ਮਾਂ ਮੰਨਦੇ ਹੋ, ਤਾਂ ਆਪਣੇ ਸਿਰਾਂ 'ਤੇ ਦਸਤਾਰ ਸਜਾਓ ਅਤੇ ਆਪਣੇ ਮਾਂ ਬਾਪ ਦਾ ਸਤਿਕਾਰ ਕਰੋ। ਪ੍ਰਦੂਸ਼ਣ ਬਹੁਤ ਵੱਧ ਗਿਆ, ਇਸ ਲਈ ਹਰ ਵਿਅਕਤੀ ਸਿੱਧੂ ਮੂਸੇਵਾਲੇ ਦੇ ਨਾਂ ਦੇ ਉੱਤੇ ਇੱਕ ਬੂਟਾ ਲਾਵੇ ਅਤੇ ਉਸ ਬੂਟੇ ਨੂੰ ਛੱਡ ਨਾ ਦੇਵੇ, ਲਾ ਕੇ ਕਹਿੰਦੇ ਪਾਲੇ, ਦਰਖਤ ਬਣਾਵੇ। ਸੋ ਆਹ ਸਭ ਤੋਂ ਵੱਡਾ ਸੁਨੇਹਾ ਅੱਜ ਉੱਥੇ ਦਿੱਤਾ ਸਿੱਧੂ ਮੂਸੇਵਾਲੇ ਦੀ ਮਾਂ ਨੇ ਕਿ ਭਾਈ ਜੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਉਹਦੀ ਯਾਦ 'ਚ ਇੱਕ ਬੂਟਾ ਜ਼ਰੂਰ ਲਾਓ। ਸਿੱਖ ਭਾਈਚਾਰੇ ਨੂੰ ਮੰਨਣ ਵਾਲੇ, ਸਿੱਖੀ ਨੂੰ ਮੰਨਣ ਵਾਲੇ, ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ, ਉਹਨਾਂ ਨੂੰ ਅਪੀਲ ਵੀ ਕੀਤੀ ਕਿ ਭਾਈ ਦਸਤਾਰਾਂ ਸਜਾਓ। ਸੋ ਇਸ ਲਈ ਉਹਦੀ ਕਲਾਸ ਦੀ ਇੱਕ ਪੁਰਾਣੀ ਫੋਟੋ ਵੀ ਅੱਜ ਮੀਡੀਆ ਸਾਹਮਣੇ ਆ ਰਹੀ ਕਿ ਉਹਦੀ ਕਲਾਸ 'ਚ ਜਦੋਂ ਕਿ ਹੋਰ ਬੱਚੇ ਵੀ ਸਿੱਖ ਬੱਚੇ ਪੜ੍ਹਦੇ ਸੀ, ਉਹਨਾਂ ਦੇ ਸਿਰਾਂ 'ਤੇ ਬੇਸ਼ੱਕ ਪਟਕੇ ਸੀ ਪਰ ਸਿੱਧੂ ਮੂਸੇਵਾਲਾ ਪੱਗ ਬੰਨ੍ਹ ਕੇ ਜਾਂਦਾ ਸੀ। ਸੋ ਇਸ ਲਈ ਉਹ ਕੇਸਾਂ ਨਾਲ ਮੋਹ, ਪੱਗ ਨਾਲ ਮੋਹ, ਉਹ ਵੀ ਮਾਂ ਨੇ ਜ਼ਿਕਰ ਕੀਤਾ ਅਤੇ ਅਪੀਲ ਵੀ ਕੀਤੀ। ਇਸੇ ਤਰ੍ਹਾਂ ਵਾਤਾਵਰਨ ਨੂੰ ਲੈ ਕੇ, ਕੁਦਰਤ ਨੂੰ ਲੈ ਕੇ ਉਹਨੇ ਅਪੀਲ ਕੀਤੀ। ਸੋ ਇਸ ਲਈ ਉਹਦੇ ਗੀਤਾਂ ਨੂੰ ਲੈ ਕੇ ਬਵਾਲ ਹੁੰਦੇ ਰਹੇ, ਹਥਿਆਰਾਂ ਨੂੰ ਬੜਾਵਾ ਲੈਣ ਨੂੰ ਲੈ ਕੇ ਸਵਾਲ ਉੱਠਦੇ ਰਹੇ। ਪਰ ਉਹਦਾ ਇੱਕ ਪੱਖ ਇਹ ਵੀ ਸੀਗਾ ਕਿ ਉਹਨੇ ਕਦੇ ਔਰਤ ਬਾਰੇ, ਮਾਂ ਬਾਰੇ, ਧਰਤੀ ਬਾਰੇ ਕਦੇ ਕੋਈ ਭੱਦੇ ਸ਼ਬਦ, ਹਲਕੇ ਸ਼ਬਦ ਨਹੀਂ ਵਰਤੇ। ਕਹਿੰਦੇ ਇਸ ਲਈ ਉਸ ਗੱਲ ਨੂੰ ਧਿਆਨ 'ਚ ਰੱਖਦੇ ਉਹਦੀ ਮਾਂ ਨੇ ਅਪੀਲ ਕੀਤੀ ਕਿ ਭਾਈ ਅੱਜ ਇਹੀ ਬੇਨਤੀ ਆ ਕਿ ਸਿੱਧੂ ਮੂਸੇਵਾਲੇ ਦੀ ਯਾਦ 'ਚ ਇੱਕ ਬੂਟਾ। ਸੋ ਇਸ ਲਈ ਮੈਂ ਤਾਂ ਕਿਹਾ ਕਿ ਉੱਥੇ ਇੰਨੇ ਲੱਖਾਂ ਉਹਦੇ ਫੈਨ ਆਏ ਸੀ, ਜੇ ਇਸ ਅਪੀਲ ਨੂੰ ਮੰਨ ਕੇ ਇੱਕ ਬੂਟਾ ਵੀ ਲਾਉਣ ਤਾਂ ਅਗਲੇ ਸਾਲ ਨੂੰ ਪੰਜਾਬ ਹਰਿਆ ਭਰਿਆ ਹੋਵੇਗਾ। ਸੋ ਸਿੱਧੂ ਮੂਸੇਵਾਲੇ ਦੇ ਨਾਂ 'ਤੇ ਹੀ ਉਮੀਦ ਕਰਦੇ ਹਾਂ ਕਿ ਪੰਜਾਬ ਹਰਿਆ ਭਰਿਆ ਹੋ ਜਾਵੇ। ਇੱਧਰ ਸਿਆਸਤ ਖੂਬ ਚੱਲ ਰਹੀ ਹੈ ਜਨਾਬ। 5 ਸਾਲਾਂ 'ਚ 5 ਮੰਤਰੀ, ਜੀ ਹਾਂ 5 ਸਾਲਾਂ 'ਚ 5 ਮੰਤਰੀ ਕਹਿੰਦੇ ਅੰਦਰ ਚਲੇ ਗਏ। ਬੜੀ ਚਰਚਾ। 5 ਮਹੀਨਿਆਂ 'ਚ, ਮਾਫ਼ ਕਰਨਾ, 5 ਮਹੀਨਿਆਂ 'ਚ 5 ਮੰਤਰੀ ਅੰਦਰ ਚਲੇ ਗਏ। ਬਿਲਕੁਲ ਆਹ ਪਿਛਲੇ 5 ਮਹੀਨੇ ਵੋਟਾਂ ਪੈਣ ਤੋਂ ਬਾਅਦ ਅਤੇ ਹੁਣ ਤੱਕ ਆਉਂਦਿਆਂ 5 ਸਾਬਕਾ, ਮਤਲਬ ਕਿ 2 ਮੌਜੂਦਾ ਵੀ ਗਏ, 3 ਸਾਬਕਾ ਵੀ ਗਏ। ਸੋ 5 ਮੰਤਰੀ ਜੇਲ੍ਹ 'ਚ ਨੇ ਜਨਾਬ। ਆਹ ਹਾਲ ਹੀ ਦੇ ਵਿੱਚ ਜਿਵੇਂ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਕਹਿੰਦੇ 500 ਰੁਪਈਆ ਇੱਕ ਬੂਟਾ ਕਟਾਈ ਦਾ। ਸੋ ਕਹਿੰਦੇ ਕਿ ਉਹਨੇ ਬਸ 500 ਰੁਪਈਆ, ਭਾਈ 30 35 ਹਜ਼ਾਰ ਬੂਟੇ, 25 ਹਜ਼ਾਰ ਬੂਟੇ ਇਕੱਠੇ ਕੱਟੇ ਜਾਂਦੇ ਸੀ। ਸੋ ਉਸ ਹਿਸਾਬ ਨਾਲ ਗੁਣਾ ਕਰੀ ਜਾਏ ਹੁਣ। ਸੋ ਕਹਿੰਦੇ ਬੜਾ ਹਿਸਾਬ ਕਿਤਾਬ ਰੱਖਿਆ ਸੀ ਕਿ 500 ਇਹਨਾਂ ਨੇ ਲੈਣਾ, 300 ਤੋਂ ਥੱਲੇ ਵਾਲੇ ਨੇ ਲੈਣਾ, ਫਿਰ 100 ਬਾਕੀਆਂ ਨੇ ਵੀ ਲੈਣਾ, ਰੇਂਜ ਅਫਸਰ ਨੂੰ ਵੀ ਦੇਣਾ, ਗਾਰਡ ਨੂੰ ਵੀ ਦੇਣਾ। ਸੋ ਬੜਾ ਕਮਾਲ, ਪੂਰਾ 1000 ਰੁਪਈਆ ਵੰਡਿਆ ਸੀ ਇੱਦਾਂ। ਸੋ ਹੁਣ ਇਹ ਡੈਰੀ ਦੇ ਹਵਾਲੇ ਨਾਲ ਜਿਹੜਾ ਠੇਕੇਦਾਰ ਫੜਿਆ ਗਿਆ, ਜੰਗਲਾਤ ਵਿਭਾਗ ਦੇ ਅਧਿਕਾਰੀ ਫੜੇ ਗਏ, ਉਹਨਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਪੁਲਿਸ ਵੱਲੋਂ, ਅਤੇ ਉਸ ਹਵਾਲੇ ਨਾਲ ਉਹਨੂੰ 3 ਵਜੇ ਤੋਂ ਪਹਿਲਾਂ ਹੀ ਜਾ ਕੇ ਘਰੇ ਚੱਕ ਲਿਆ। ਕਹਿੰਦੇ ਮੂੰਹ ਵੀ ਨਹੀਂ ਧੋਣ ਦਿੱਤਾ ਕਿ ਚਲੋ ਮੂੰਹ ਹੀ ਧਵਾਉਣਾ ਸੀ। ਸੋ ਪਰ ਇਸ ਜੇਕਰ ਦੇਖੀਏ ਜਿਹੜਾ ਕਹਿੰਦੇ ਕਿ ਸੋ ਬਦਲਾਅ ਦਾ ਅਸਰ ਹੈ ਜਾਂ ਇਹ ਸਬੱਬੀ ਹੈ ਕਿ ਇੱਕ ਮੇਲ ਮਿਲਦਾ ਚਲਾ ਗਿਆ। ਪਹਿਲਾਂ ਵਿਕਰਮ ਮਜੀਠੀਆ ਅੰਦਰ ਜਾਂਦੇ ਨੇ, ਮਾਮਲਾ ਬੇਸ਼ੱਕ ਪੁਰਾਣਾ ਚੱਲਦਾ ਆ ਰਿਹਾ ਸੀਗਾ, ਉਸ ਮਾਮਲੇ 'ਚ ਘਿਰਦੇ ਨੇ ਅਤੇ ਬੇਸ਼ੱਕ ਹਵਾਲਾਤੀ ਨੇ ਅਜੇ, ਪਰ ਉਹ ਜੇਲ੍ਹ 'ਚ ਜ਼ਮਾਨਤ ਨਹੀਂ ਮਿਲੀ ਹਾਲੇ ਤੱਕ। ਉਸ ਤੋਂ ਬਾਅਦ ਇੰਨੇ ਪੁਰਾਣੇ ਸਾਲ ਜਿਹੜੇ ਕੇਸ 'ਚ ਇੱਕ ਸਮੇਂ ਕਲੀਨ ਚਿੱਟ ਵੀ ਮਿਲ ਗਈ ਸੀ, ਦੁਬਾਰਾ ਕੇਸ ਖੁੱਲ੍ਹਿਆ ਅਤੇ ਫਿਰ ਉਹਦੇ ਵਿੱਚ ਹੁਣ ਸਜ਼ਾ ਹੋ ਗਈ 1 ਸਾਲ ਦੀ।
ਨਵਜੋਤ ਸਿੱਧੂ ਹੋਰਾਂ ਨੂੰ। ਸੋ ਉਹ ਅੱਜ ਕੱਲ੍ਹ ਪਟਿਆਲਾ ਜੇਲ੍ਹ 'ਚ ਨੇ। ਅਤੇ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਆਪਣੇ ਹੀ ਮੰਤਰੀ ਦੇ ਉੱਤੇ ਭ੍ਰਸ਼ਟਾਚਾਰ ਕਰਨ ਦੇ ਦੋਸ਼ਾਂ ਤਹਿਤ ਉਸ ਨੂੰ ਗ੍ਰਿਫਤਾਰ ਕਰਾਇਆ। ਮੰਤਰੀ ਉਹਦਾ ਵੀ ਗਿਆ ਅਤੇ ਅੱਜ ਕੱਲ੍ਹ ਉਹ ਜੇਲ੍ਹ 'ਚ ਨੇ। ਅਤੇ ਤੀਸਰਾ ਈਡੀ ਨੇ ਇਹਨਾਂ ਦਾ ਚੌਥਾ ਮੰਤਰੀ ਇਹਨਾਂ ਦਾ ਚੱਕ ਲਿਆ ਆਪਣਾ। ਇਹ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਕਹਿੰਦੀ ਨਹੀਂ ਉਹ ਬੇਦਾਗ ਸੀ। ਉਹ ਤੋਂ ਬਾਅਦ ਮਨੀਸ਼ ਸਿਸੋਦੀਆ ਦੀ ਵਾਰੀ ਆ ਸਕਦੀ ਹੈ ਜੀ। ਈਡੀ ਜਾਣ ਕੇ ਤੰਗ ਕਰਦੀ ਆ, ਜਦੋਂ ਕਿ ਉਹਨਾਂ ਦਾ ਪਦਮ ਸ਼੍ਰੀ ਮਿਲਣਾ ਚਾਹੀਦਾ ਸੀ, ਪਦਮ ਭੂਸ਼ਣ ਮਿਲਣਾ ਚਾਹੀਦਾ ਸੀ। ਸੋ ਜੀ ਦਿੱਲੀ ਦਾ ਸਿਹਤ ਮੰਤਰੀ, ਕੇਜਰੀਵਾਲ ਦੀ ਸਰਕਾਰ ਦਾ ਸਿਹਤ ਮੰਤਰੀ। ਚਲੋ ਬੇਸ਼ੱਕ ਜੇ ਦਿੱਲੀ ਦਾ ਤਾਂ 5 ਮਹੀਨਿਆਂ 'ਚ 5 ਨਹੀਂ ਤਾਂ ਪੰਜਾਬ ਵਾਲੇ 4 ਤਾਂ ਗਏ ਹੀ ਨੇ ਨਾ। ਸੋ 3 ਸਿੰਗਲਾ ਤੱਕ ਗਏ ਅਤੇ ਚੌਥਾ ਹੁਣ ਸਾਧੂ ਸਿੰਘ ਧਰਮਸੋਤ ਅੰਦਰ ਹੈ ਜਨਾਬ। ਸੋ ਜਿਨ੍ਹਾਂ ਤੋਂ ਉਮੀਦ ਸੀ ਕਿ ਅਸੀਂ ਇਹ ਜੰਗਲ ਬਚਾਉਣ ਲਈ ਮੰਤਰੀ ਬਣਾ ਰਹੇ ਹਾਂ, ਜਿਨ੍ਹਾਂ ਨੂੰ ਸੋਚਿਆ ਸੀ ਕਿ ਪੰਜਾਬ ਨੂੰ ਹਰਿਆ ਭਰਿਆ ਕਰਨਗੇ, ਉਹ ਅੰਦਰ ਨੇ। ਔਰ ਅੱਜ ਜਿਸ ਨੂੰ ਲੋਕ ਕਹਿੰਦੇ ਸੀ ਜੀ ਹਥਿਆਰ ਫੈਲਾਉਂਦਾ ਗੈਂਗਸਟਰ ਹੈ ਜੀ, ਆਹ ਹੈ ਜੀ, ਸਵਾਲ ਖੜ੍ਹੇ ਹੁੰਦੇ ਸੀ ਜਿਹੜੇ ਸਿੱਧੂ ਮੂਸੇਵਾਲੇ 'ਤੇ, ਉਹਦੀ ਮਾਂ ਅੱਜ ਬੂਟੇ ਲਾਉਣ ਦੀ ਅਪੀਲ ਕਰ ਰਹੀ ਆ। ਸੋ ਫਰਕ ਦੇਖੋ, ਜਿਨ੍ਹਾਂ ਨੂੰ ਅਸੀਂ ਆਪਣੇ ਰੱਖਿਅਕ ਬਣਾਉਂਦੇ ਹਾਂ, ਚਿੰਤਕ ਬਣਾਉਂਦੇ ਹਾਂ, ਕਾਨੂੰਨ ਘਾੜੇ ਬਣਾਉਂਦੇ ਹਾਂ, MLA ਬਣਾਉਂਦੇ ਹਾਂ, ਮੰਤਰੀ ਬਣਾਉਂਦੇ ਹਾਂ, ਉਹ ਲੁੱਟ ਕੇ ਖਾ ਰਹੇ ਨੇ। ਸੋ ਹੁਣ ਕਈਆਂ ਦੀਆਂ ਫਾਈਲਾਂ ਖੁੱਲ੍ਹਣੀਆਂ ਜਨਾਬ। ਸਾਧੂ ਚਲਾ ਗਿਆ ਅੰਦਰ, ਕਹਿੰਦੇ ਸੰਗਤ ਦੀ ਤਿਆਰੀ ਹੈ। ਸੰਗਤ ਸਿੰਘ ਗਲਜੀਆਂ ਕਹਿੰਦੇ ਜੀ ਜਿਹੜਾ ਕੰਮ ਪੌਣੇ 5 ਸਾਲ 'ਚ ਸਾਧੂ ਸਿੰਘ ਧਰਮਸੋਤ ਨੇ ਨਹੀਂ ਕੀਤਾ, ਉਹ ਕਹਿੰਦੇ ਜੀ ਇਹਨੇ 3 ਮਹੀਨੇ ਚੰਨੀ ਸਰਕਾਰ 'ਚ ਇੰਨਾ ਰਿਕਾਰਡ ਤੋੜਤਾ। ਸਾਰੇ ਹੀ ਫੱਟੇ ਚੱਕਤੇ। ਕਹਿੰਦੇ ਕਿ ਬੂਟੇ ਲਾਉਣ ਦੇ ਕੀ, ਵਢਾਉਣ ਦੇ ਕੀ, ਜਿੱਥੇ ਵੀ ਪੈਸਾ, ਇੱਥੋਂ ਤੱਕ ਕਿ ਕਹਿੰਦੇ ਕਿ ਜਿਹੜੀਆਂ ਆਲੇ ਦੁਆਲੇ ਬੂਟਿਆਂ ਨੂੰ ਰੋਕਣ ਲਈ ਕਿ ਪਸ਼ੂ ਨਾ ਮੂੰਹ ਮਾਰੇ, ਉਹ ਲਾਉਣ ਵਾਲੇ ਜੰਗਲੇ ਸੀ, ਉਹਨਾਂ 'ਚ ਵੀ ਮੰਤਰੀਆਂ ਨੇ ਮੂੰਹ ਮਾਰ ਲਿਆ। ਕਹਿੰਦੇ ਉਹਨਾਂ 'ਚ ਵੀ ਰਿਸ਼ਵਤ ਖਾ ਲਈ। ਕਮਾਲ ਹੈ ਜਨਾਬ। ਸੋ ਇਹ ਦੋਸ਼ ਲੱਗੇ ਨੇ, ਦੋਸ਼ ਅਦਾਲਤ 'ਚ ਸਾਬਤ ਹੋਣਗੇ। ਜਿਹੜੇ ਲੱਗੇ ਨੇ ਅਸੀਂ ਉਸ ਹਵਾਲੇ ਨਾਲ ਗੱਲ ਕਰ ਰਹੇ ਹਾਂ। ਅਤੇ ਇੰਝ 5 ਮਹੀਨਿਆਂ 'ਚ 5 ਮੰਤਰੀ, ਵਿਕਰਮ ਮਜੀਠੀਆ, ਨਵਜੋਤ ਸਿੱਧੂ, ਫਿਰ ਉਹ ਤੋਂ ਬਾਅਦ ਸਿੰਗਲਾ, ਉਹ ਤੋਂ ਬਾਅਦ ਦਿੱਲੀ ਵਾਲਾ ਸਿਹਤ ਮੰਤਰੀ, ਅਤੇ ਹੁਣ ਸਾਬਕਾ ਕੈਪਟਨ ਵਾਲੀ ਵਜ਼ਾਰਤ ਦੇ ਵਿੱਚ ਰਿਹਾ ਸਾਧੂ ਸਿੰਘ ਧਰਮਸੋਤ। ਸੋ 5 ਅੰਦਰ ਚਲੇ ਗਏ ਨੇ। ਅਤੇ ਉਹ ਤੋਂ ਬਾਅਦ 2-3 ਦੀ ਹੋਰ ਦੀ ਤਿਆਰੀ ਆ। ਕਹਿੰਦੇ ਕਿ 1-2 ਤਾਂ ਹੋਰ ਚਲੇ ਜਾਣੇ ਸੀ ਜੇ BJP ਵਾਲੀ ਛਤਰੀ ਨਾ ਤਾਣੀ ਹੁੰਦੀ। ਜੀ ਹਾਂ, ਕਾਂਗਰਸੀਆਂ ਨੇ ਭਾਜਪਾਈ ਛਤਰੀ ਤਾਣ ਲਈ ਆ। ਸੋ ਕਾਂਗਰਸੀਆਂ ਨੇ BJP ਵਾਲੀ ਜਿਹੜੀ ਛਤਰੀ ਤਾਣੀ ਆ, ਕਿ ਉਹ ਰਾਜਨੀਤਿਕ ਲਾਲਸਾ ਲਈ ਤਾਣੀ ਆ, ਸੱਤਾ ਦੇ ਨਾਲ ਰਹਿਣ ਲਈ ਤਾਣੀ ਆ, ਜਾਂ ਫਿਰ ਚਮੜੀ ਬਚਾਉਣ ਲਈ ਤਾਣੀ ਆ। BJP ਦੀ ਛਤਰੀ। ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ, MLA ਰਹੇ, ਕਾਂਗਰਸ ਦੇ ਰਾਜ 'ਚ ਖੂਬ ਰਾਜ ਭਾਗ ਭੋਗਿਆ। ਸਵਾਲ ਵੀ ਲੱਗੇ, ਕਿਸੇ ਦੇ ਜ਼ਮੀਨ ਘੁਟਾਲਾ, ਕਿਸੇ 'ਤੇ ਕਿੱਟ ਘੁਟਾਲਾ, ਕਿਸੇ 'ਤੇ ਪਲਾਟ ਘੁਟਾਲਾ, ਕਿਸੇ 'ਤੇ ਵਜੀਫਾ ਘੁਟਾਲਾ। ਸੋ ਸਾਰੇ ਸਵਾਲਾਂ 'ਚ ਘਿਰੇ ਸੀ। ਸੋ ਕਹਿੰਦੇ ਫਾਈਲਾਂ ਇਹਨਾਂ ਦੀਆਂ ਵੀ ਖੁੱਲ੍ਹ ਰਹੀਆਂ ਸੀ, ਤਿਆਰੀਆਂ ਸੀ। ਇਹਨਾਂ ਨੂੰ ਲੱਗਿਆ ਕਿ ਲੈ ਬਾਈ ਈਡੀ ਨਾ ਚੱਕ ਲਵੇ ਕਿਤੇ, ਜਾਂ ਵਿਜੀਲੈਂਸ ਨਾ ਚੱਕ ਲਵੇ। ਦੋਵੇਂ ਪਾਸੇ ਡਰ ਸਤਾਰਿਆ ਸੀ। ਕੈਪਟਨ 30 ਦਿਨ ਉੱਠ ਕੇ ਕਹਿੰਦੇ ਸੀ ਮੇਰੇ ਕੋਲ ਫਾਈਲ ਹੈ, ਮੇਰੇ ਕੋਲ ਨਾਂ ਨੇ, ਮੈਂ ਦੇ ਦੇਣੇ ਆ, ਮੈਂ ਨਵਜੋਤ ਸਿੱਧੂ ਨੂੰ ਦੱਸ ਦੇਣਾ ਹੈ, ਨਹੀਂ ਮੈਂ ਆਪਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਦੇਣਾ ਹੈ, ਮੈਂ ਜਨਤਕ ਕਰ ਦੇਣੇ ਆ ਨਾਂ। ਤੇ ਜੀ ਮੈਂ ਭਗਵੰਤ ਮਾਨ ਕੋਲ ਪਹੁੰਚ ਜਾਣੀ ਹੈ ਫਾਈਲ। ਅਤੇ ਭਗਵੰਤ ਮਾਨ ਕੋਲ ਤਾਂ ਨਹੀਂ ਪਹੁੰਚੀ, ਮੁੱਖ ਮੰਤਰੀ ਕੋਲ, ਸ਼ਾਇਦ ਦਿੱਲੀ ਵਾਲਿਆਂ ਕੋਲ ਪਹੁੰਚ ਗਈ ਸੀ। ਉਹਨਾਂ ਨੇ ਕਿਹਾ ਕਿ ਲਓ ਭਾਈ ਫਿਰ ਸਾਡੇ ਕੋਲ ਨਾਂ ਆ ਗਏ, ਹੁਣ ਦੱਸੋ। ਸੋ ਇਸ ਪਹਿਲੂ ਨੂੰ ਲੈ ਕੇ ਕਹਿੰਦੇ ਕਿ ਉਹ ਨਾਮਾਂ ਨੇ ਡਰਾਤਾ, ਕੱਪੜਿਆਂ ਨੇ ਡਰਾਤਾ, ਆਪਣੇ ਕਾਲੇ ਕਾਰਨਾਮਿਆਂ ਨੇ ਡਰਾਤਾ, ਜਾਂ ਰਾਜਨੀਤਿਕ ਲਾਲਸਾ ਕਿ ਸੱਤਾ ਦੇ ਨੇੜੇ ਰਹੀਏ, ਕੇਂਦਰ ਦੇ ਨੇੜੇ ਰਹੀਏ, ਪੰਜਾਬ 'ਚ ਤਾਂ ਪੈਰ ਨਹੀਂ ਲੱਗਦੇ। ਚਲੋ 4 ਸਾਬਕਾ ਮੰਤਰੀ, MLA, ਅਕਾਲੀਆਂ ਦੇ ਵੀ 1-2 ਚਲੇ ਗਏ, ਸ਼ਾਮਲ ਹੋ ਗਏ। ਹੁਣ ਚਰਚਾ ਇਸ ਗੱਲ ਦੀ ਹੈ ਕਿ ਜੇਕਰ ਇੱਥੇ ਰਹਿੰਦੇ ਤਾਂ ਜਾਂ ਈਡੀ ਨੇ ਚੱਕਣੇ ਸੀ, ਜਾਂ ਵਿਜੀਲੈਂਸ ਨੇ ਪੁੱਛਣਾ ਸੀ, ਜਾਂ ਸਾਧੂ ਸਿੰਘ ਧਰਮਸੋਤ ਵਾਲੀ ਹੋਣੀ ਸੀ। ਹੁਣ ਕਹਿੰਦੇ ਕਿ ਕੋਈ ਫਿਕਰ ਨਹੀਂ ਗਾ। ਹੁਣ ਸਵਾਲ ਆਉਂਦਾ ਕਿ ਭਾਈ BJP 'ਚ ਜਾ ਕੇ ਜੇ ਉਹਨਾਂ ਦੀ ਵਾਸ਼ਿੰਗ ਮਸ਼ੀਨ 'ਚੋਂ ਨਹਾ ਕੇ ਦੁੱਧ ਧੋਤੇ ਹੋ ਗਏ ਕਾਂਗਰਸੀ, ਹੋ ਸਕਦਾ ਹੁਣ ਈਡੀ ਨਾ ਪੁੱਛੇ। ਜਿਹੜਾ ਕਿਹਾ ਜਾਂਦਾ, ਦੋਸ਼ ਲੱਗਦੇ ਆ ਕਿ ਹੁਣ ਸਰਕਾਰੀ ਤੋਤੇ ਬਣ ਗਈਆਂ ਨੇ ਏਜੰਸੀਆਂ ਸਰਕਾਰ ਦੀਆਂ। ਸੋ ਇਸ ਲਈ ਕਹਿੰਦੇ ਈਡੀ ਸ਼ਾਇਦ ਨਾ ਛਾਪਾ ਮਾਰੇ। ਤਾਂ ਕੀ ਹੁਣ ਵਿਜੀਲੈਂਸ ਵੀ ਨਹੀਂ ਮਾਰ ਸਕਦੀ? ਜੇ ਸਾਧੂ ਸਿੰਘ ਧਰਮਸੋਤ 'ਤੇ ਕਾਰਵਾਈ ਹੋ ਸਕਦੀ ਹੈ ਸਾਬਕਾ ਅਕਾਲੀ ਮੰਤਰੀ, ਸਾਬਕਾ ਕਾਂਗਰਸੀ ਮੰਤਰੀ ਹੁੰਦਿਆਂ, ਤਾਂ ਕੀ ਸਾਬਕਾ BJP 'ਚ ਜਾਣ 'ਤੇ ਸਾਬਕਾ ਕਾਂਗਰਸੀ ਮੰਤਰੀਆਂ 'ਤੇ ਕਾਰਵਾਈ ਨਹੀਂ ਹੋ ਸਕਦੀ? ਫਿਰ ਵਿਜੀਲੈਂਸ ਤਾਂ ਕਰ ਸਕਦੀ ਹੈ। ਪਰ ਕਹਿੰਦੇ ਕਿ ਕਾਂਗਰਸੀਆਂ ਨੂੰ ਲੱਗਿਆ ਕਿ ਜੇ ਇੱਧਰ BJP 'ਚ ਚਲੇ ਜਾਵਾਂਗੇ, BJP ਵਾਲੀ ਛਤਰੀ ਤਾਣ ਲਵਾਂਗੇ, ਫਿਰ ਚਮੜੀ ਵੀ ਬਚੀ ਰਹੂਗੀ ਅਤੇ ਸੱਤਾ ਦੇ ਨੇੜੇ ਵੀ ਰਵਾਂਗੇ। ਕਿਉਂਕਿ ਅਗਲਿਆਂ ਨੇ ਤਾਂ ਬੱਗਾ ਬਚਾ ਲਿਆ ਸੀ ਆਪਣਾ, ਅਗਲਿਆਂ ਨੇ ਤਾਂ ਬੱਗਾ ਨਹੀਂ ਪੰਜਾਬ ਪੁਲਿਸ ਨੂੰ ਦਿੱਲੀ ਤੋਂ ਪੰਜਾਬ ਪਹੁੰਚਣ ਦਿੱਤਾ, ਕੁਰਕਸ਼ੇਤਰ ਰੋਕ ਲਿਆ ਸੀ। ਸੋ ਇਸ ਲਈ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕੇਂਦਰ ਦੇ ਨਾਲ, ਕੇਂਦਰ ਦੀ ਧਿਰ ਨਾਲ ਸਿੱਧਾ ਕੇਜਰੀਵਾਲ ਦੀ ਧਿਰ, ਭਗਵੰਤ ਮਾਨ ਦੀ ਧਿਰ ਸ਼ਾਇਦ ਆਡਾ ਨਾ ਲਵੇ। ਸੋ ਚਮੜੀ ਬਚਾਉਣ ਵੀ ਇਹ ਧਿਰਾਂ ਗਈਆਂ ਨੇ। ਸੋ ਕਿੰਨੀ ਕੁ ਬਚਦੀ ਹੈ, ਕਿੰਨੀ ਕੁ ਨਹੀਂ, ਕਿੰਨਾ ਕੁ ਕਾਰਜਕਾਲ, ਕੀ ਪਿਛਲੇ ਕੈਪਟਨ ਦੇ 2007 ਵਾਲੇ ਕਾਰਜਕਾਲ ਤੋਂ ਸ਼ੁਰੂ ਹੋ ਕੇ 14 ਵਾਲਾ,
ਹੈ, ਫਿਰ ਦੂਆ ਕਾਰਜਕਾਲ ਉਹ ਸਾਰੇ ਕੀ ਫਰੋਲੇ ਜਾਣਗੇ। ਸੋ ਇਹ ਸਾਰੇ ਦੇਖਣ ਵਾਲੀ ਗੱਲ ਹੈ ਕਿ ਕੀ 2007 ਤੋਂ ਲੈ ਕੇ 12, 12 ਤੋਂ ਲੈ ਕੇ 17, 17 ਤੋਂ ਲੈ ਕੇ ਫਿਰ ਇਹ ਆਹ ਵਾਲਾ, ਸੋ ਸਾਰੇ ਕਿਹੜੇ ਕਿਹੜੇ ਫੁੱਲੇ ਜਾਂਦੇ ਨੇ, ਦੇਖਣ ਵਾਲੀ ਗੱਲ ਹੋਏਗੀ। ਸੋ ਕਿੱਥੇ ਤੱਕ ਆਉਂਦੀ ਹੈ, 2 ਕਾਰਜਕਾਲ ਇਹਦੇ ਵਿੱਚ ਅਕਾਲੀਆਂ ਦੇ ਆਉਂਦੇ ਨੇ ਅਤੇ 2 ਕਾਰਜਕਾਲ ਕਾਂਗਰਸੀਆਂ ਆਉਂਦੇ ਨੇ, ਕਿ ਸਾਰਿਆਂ ਦੀ ਫੁੱਲਾਫਾਲੀ ਹੁੰਦੀ ਹੈ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਕਿੰਨੀ ਕੁ ਪਹਿਲ ਕਦਮੀ ਹੁੰਦੀ ਆ। ਸੈਸ਼ਨ ਬੁਲਾਇਆ ਅਤੇ ਬੜੇ ਦਾਅਵੇ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਬਾਈ ਜੀ ਸਾਡੇ ਟਾਈਮ 'ਚ ਸਾਲ 'ਚ 100 ਦਿਨ ਸੈਸ਼ਨ ਚੱਲਿਆ ਕਰੂਗਾ, ਅਸੀਂ ਇਹਨਾਂ ਮੰਗ ਨਹੀਂ ਕਿ 2 ਦਿਨ ਦਾ ਸੈਸ਼ਨ। ਖੁਦ ਵਿਰੋਧੀ ਧਿਰ ਦੇ ਆਗੂ ਹੁੰਦੇ ਹਰਪਾਲ ਚੀਮਾ ਬੋਲਦੇ ਸੀ, ਸਟੇਜਾਂ ਤੋਂ ਭਗਵੰਤ ਮਾਨ ਬੋਲਦੇ ਸੀ, ਅਤੇ ਹੁਣ ਆਪਣਾ ਸੈਸ਼ਨ ਵੀ 4 ਦਿਨ ਦਾ ਹੀ ਹੈ। ਜੀ ਹਾਂ, 24 ਨੂੰ ਬੁਲਾਇਆ, 25 26 ਨੂੰ ਛੁੱਟੀ ਆ ਗਈ, 27 ਨੂੰ ਬਜਟ ਆ, 28 29 30। ਸੋ 27 28 29 30 ਸਹੀ ਮੈਨੇ 4 ਦਿਨ ਦਾ ਹੀ ਆ। ਇੱਕ ਦਿਨ ਜੇ ਹੋਰ ਵੀ ਮਿਲਾਓ ਜਿੱਦਣ ਸਿਰਫ ਸ਼ਰਧਾਂਜਲੀਆਂ ਦੇਣੀਆਂ ਤਾਂ ਵੀ 5 ਦਿਨ ਦਾ ਸੈਸ਼ਨ ਹੈ। ਸੋ ਇਸ ਲਈ ਕਹਾਣੀ ਉੱਥੇ ਹੀ ਖੜੀ ਆ। ਪਰ ਹੁਣ ਸੈਸ਼ਨ 'ਚ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ। ਬਜਟ ਸੈਸ਼ਨ ਆ, ਬਜਟ ਤੋਂ ਬਹੁਤ ਆਸ ਆ ਪੰਜਾਬ ਨੂੰ, ਕੁਝ ਫੈਸਲਿਆਂ ਨੂੰ ਲੈ ਕੇ, ਰੇਤੇ ਨੂੰ ਲੈ ਕੇ, ਸ਼ਰਾਬ ਨੂੰ ਲੈ ਕੇ, ਨਵੀਂ ਪੋਲਿਸੀ 'ਤੇ ਕੰਮ ਹੋਣ ਜਾ ਰਿਹਾ। ਸੋ ਸਰਕਾਰ ਤੋਂ ਆਸ ਬਹੁਤ ਆ। ਸੋ ਕੁਝ ਕਾਰਵਾਈਆਂ ਉਹਨਾਂ ਦੀਆਂ ਸਵਾਲਾਂ ਦੇ ਘੇਰੇ 'ਚ ਵੀ ਨੇ ਅਤੇ ਕੁਝ ਕਾਰਵਾਈਆਂ 'ਚ ਲੋਕਾਂ ਨੂੰ ਲੱਗ ਵੀ ਰਿਹਾ ਕੁਝ ਬਦਲਾਅ ਆ ਰਿਹਾ। ਅਤੇ ਇਹ ਸਾਰੇ ਬਦਲਾਅ ਦੇ ਵਿੱਚ ਸਾਬਕਾ ਮੰਤਰੀ, ਸਾਬਕਾ MLA, ਸਾਬਕਾ ਲੀਡਰ ਅਤੇ ਕਈ ਅਫਸਰਾਂ ਨੂੰ ਵੀ ਫਿਕਰ ਪਿਆ ਅਤੇ ਖੁਦ ਉਹਨਾਂ ਦੀ ਸਰਕਾਰ ਦੇ ਆਪਣੇ ਮੰਤਰੀ ਨੂੰ ਫਿਕਰ ਪਿਆ ਕਿ ਸਾਡੇ ਵਾਲਾ ਵੀ ਟੰਗਿਆ ਅਤੇ ਪੁਰਾਣੇ ਵੀ ਟੰਗੇ। ਇਸ ਲਈ ਪੁਰਾਣਿਆਂ ਦੀ ਵਾਰੀ ਵੀ ਆ ਸਕਦੀ ਹੈ, ਨਵਿਆਂ ਦੀ। ਸੋ ਦੇਖੋ ਕੀ ਕੀ ਬਦਲਾਅ ਹੁੰਦਾ। ਬਣੀ ਰਹੇਗੀ ਸਾਡੀ ਸਾਰਿਆਂ 'ਤੇ ਨਜ਼ਰ। ਤੁਸੀਂ ਵੇਖਦੇ ਰਹੋ ਲਿਬਰਲ TV ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ। ਤੁਸੀਂ ਵੇਖ ਰਹੇ ਹੋ ਲਿਬਰਲ TV ਪੰਜਾਬੀ। ਮੁੱਦਾ ਅੱਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਅੰਤਮ ਅਰਦਾਸ, ਭੋਗ, ਸਿੱਧੂ ਮੂਸੇਵਾਲਾ। ਐਡੀ ਵੱਡੀ ਤਾਦਾਦ